ਹੈਲੋ ਡੇ ਸਟੂਡੈਂਟਸ, ਇੱਕ ਵਾਰ ਫਿਰ ਤੁਹਾਡਾ ਔਨਲਾਈਨ ਸਟੱਡੀ ਦੇ ਵਿੱਚ ਸਵਾਗਤ ਹੈ। ਜਿਵੇਂ ਆਪਾਂ ਪੰਜਾਬੀ ਪਾਠ ਪੁਸਤਕ ਸ਼ੁਰੂ ਕਰ ਰੱਖੀ ਹੈ। ਪੰਜਾਬੀ ਪਾਠ ਪੁਸਤਕ ਦੇ ਵਿੱਚ ਆਪਾਂ ਸਾਰਿਆਂ ਨਾਲੋਂ ਪਹਿਲਾਂ ਕਹਾਣੀ ਸੰਸਾਰ ਦੇ 12 ਪਾਠ ਪੂਰੇ ਕਰ ਲਏ ਹਨ। ਉਮੀਦ ਕਰਦਾ ਹਾਂ ਤੁਸੀਂ ਵੀ ਆਪਣੇ ਨੋਟਸ ਬਣਾ ਕੇ ਉਹ ਲੈਸਨ ਪੂਰੇ ਕਰ ਲਏ ਹੋਣਗੇ। ਜੇਕਰ ਨਹੀਂ ਬਣਾਏ ਤਾਂ ਉਹਨਾਂ ਨੂੰ ਤੁਸੀਂ ਬਣਾਉਣ ਦੀ ਖੇਚਲਾ ਕਰਨੀ। ਹੁਣ ਆਪਣਾ ਨਵਾਂ ਵਿਸ਼ਾ ਹੈ ਜੀ, ਉਸ ਤੋਂ ਅਗਲਾ ਸਾਹਿਤ ਰੂਪ। ਸਾਹਿਤ ਰੂਪ ਦੇ ਵਿੱਚ ਆਪਾਂ ਸਾਰਿਆਂ ਨਾਲੋਂ ਪਹਿਲਾਂ ਕਰਾਂਗੇ ਜੀ ਕਵਿਤਾ। ਸਾਹਿਤ ਰੂਪ ਦੇ ਜੀ 7 ਭਾਗ ਹਨ: ਕਵਿਤਾ, ਗੀਤ, ਗਜ਼ਲ, ਨਾਟਕ, ਇਕਾਂਗੀ, ਨਿੱਕੀ ਕਹਾਣੀ ਅਤੇ ਰੇਖਾ ਚਿੱਤਰ। ਇਹ ਇਹਦੇ 7 ਭਾਗ ਹਨ। ਸਾਰਿਆਂ ਨਾਲੋਂ ਪਹਿਲਾਂ ਆਪਣਾ ਜਿਹੜਾ ਟੋਪਿਕ ਹੋਊਗਾ ਜੀ ਕਵਿਤਾ। ਕਵਿਤਾ ਜਿਹੜਾ ਟੋਪਿਕ ਸ਼ੁਰੂ ਕਰਨ ਤੋਂ ਪਹਿਲਾਂ ਥੋੜ੍ਹੀਆਂ 2-4 ਜ਼ਰੂਰੀ ਗੱਲਾਂ ਮੈਂ ਦੱਸ ਦਿਆਂ। ਇਹ ਵਿਸ਼ਾ ਆਪਾਂ ਜੋ ਸ਼ੁਰੂ ਕਰ ਰਹੇ ਹਾਂ, ਇਹ 7 ਟੋਪਿਕ ਹੈ, ਇਹਨਾਂ 'ਚੋਂ 3 ਆਪਣੇ ਪੇਪਰ 'ਚ ਆਉਂਦੇ ਆ। ਇਹ ਇੱਕ ਟੋਪਿਕ 3 'ਚੋਂ ਕਰਨਾ ਹੁੰਦਾ ਹੈ ਆਪਾਂ। ਇਹ ਆਪਾਂ ਨੂੰ 6 ਨੰਬਰ ਪੇਪਰ ਦੇ ਬੋਰਡ ਪ੍ਰੀਖਿਆ ਦੇ ਵਿੱਚ 6 ਨੰਬਰ ਦਿਵਾਊਗਾ। ਇਸ ਲਈ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਹੀ ਇਸ ਵੀਡੀਓ ਨੂੰ ਧਿਆਨ ਨਾਲ ਸੁਣੋਗੇ। ਜਿੰਨਾ ਤੁਸੀਂ ਇਹਨੂੰ ਸਮਝ ਕੇ ਕਰੋਗੇ, ਯਾਦ ਕਰਕੇ ਕਰੋਗੇ, ਓਨਾ ਹੀ ਤੁਹਾਡੇ ਵਾਸਤੇ ਵਧੀਆ ਹੈ। ਮੈਂ ਕੋਸ਼ਿਸ਼ ਕਰਾਂਗਾ ਕਿ ਹਰ ਇੱਕ ਲਾਈਨ ਨੂੰ 2-2, 3-3 ਵਾਰ ਰਿਪੀਟ ਕਰਾਂ, ਚੰਗੀ ਤਰ੍ਹਾਂ ਉਹਨੂੰ ਸਮਝਾ ਸਕਾਂ। ਵੱਧ ਤੋਂ ਵੱਧ ਉਹਦਾ ਮੈਂ ਵਿਸਥਾਰ ਨਾਲ ਦੱਸਾਂ ਤਾਂ ਜੋ ਤੁਹਾਨੂੰ ਇਹ ਜਿਹੜੇ ਆਪਣੇ 6 ਨੰਬਰ ਹੈ ਪੱਕੇ ਹੋ ਜਾਣ। ਆਪਾਂ ਸਟੈਪ ਬਾਏ ਸਟੈਪ ਜਿੰਨੇ ਵੀ ਆਪਣੇ ਪਾਰਟ ਹਨ ਬੁੱਕ ਦੇ, ਉਹਨਾਂ ਦੀ ਬੜੇ ਹੀ ਵਧੀਆ ਤਰੀਕੇ ਨਾਲ ਤਿਆਰੀ ਕਰਨੀ ਹੈ। ਤਿਆਰੀ ਦੇ ਨਾਲ ਆਪਾਂ ਉਹਦੇ ਜਿਹੜੇ ਨੰਬਰ ਪੱਕੇ ਕਰਦੇ ਚੱਲਣੇ ਆ। ਇਸ ਵਾਸਤੇ ਇਸ ਵੀਡੀਓ ਨੂੰ ਸੁਣ ਕੇ ਹੀ ਨੋਟਸ ਬਣਾਉਣਾ ਹੈ। ਇਸ ਤੋਂ ਇਲਾਵਾ ਤੁਹਾਨੂੰ ਹੋਰ ਕੋਈ PDF ਨਹੀਂ ਮਿਲੂਗੀ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਸੁਣਨਾ ਹੈ। ਇਹ ਮੈਂ ਉਮੀਦ ਕਰਦਾ ਹਾਂ ਕਿ ਜਿੰਨੇ ਵੀ +2 ਦੇ ਬੱਚੇ ਬੱਚੀਆਂ ਹਨ ਉਹ ਇਸ ਨੂੰ ਸੁਣਨਗੇ ਅਤੇ ਨੋਟਸ ਬਣਾਉਣੇ ਹਨ। ਇਸ ਲਈ ਮੈਂ ਸਟਾਰਟਿੰਗ 'ਤੇ ਹੀ ਤੁਹਾਨੂੰ ਇਹ ਦੱਸਿਆ ਕਿ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਧਿਆਨ ਨਾਲ ਸੁਣਨਾ ਹੈ, ਵੇਖਣਾ ਹੈ ਅਤੇ ਨਾਲ ਦੀ ਨਾਲ ਪਹਿਲਾਂ ਸੁਣੋ, ਫਿਰ ਦੂਜੀ ਵਾਰ ਸੁਣੋਗੇ ਉਦੋਂ ਉਹਨੂੰ ਨੋਟਸ ਬਣਾਓ। ਸ਼ੁਰੂ ਕਰਦੇ ਹਾਂ। ਪੰਜਾਬੀ ਸਾਹਿਤ ਦੇ ਰੂਪ ਦੇ ਵਿੱਚ ਪਹਿਲਾ ਭਾਗ ਕਵਿਤਾ। 2 ਪ੍ਰਸ਼ਨ ਹੁੰਦੇ ਆ ਕਿਤਾਬ ਦੇ ਵਿੱਚ ਆਪਣੇ। ਪਹਿਲਾ ਪ੍ਰਸ਼ਨ ਹੁੰਦਾ ਹੈ ਕਵਿਤਾ ਦੀ ਪਰਿਭਾਸ਼ਾ ਦੇਣੀ ਹੁੰਦੀ ਹੈ, ਦੂਜਾ ਹੁੰਦਾ ਜੀ ਤੱਤਾਂ ਬਾਰੇ। ਆਪਾਂ ਇੱਕ ਹੀ ਪ੍ਰਸ਼ਨ ਬਣਾ ਲਿਆ, ਕਵਿਤਾ ਦੀ ਪਰਿਭਾਸ਼ਾ ਦੱਸਣੀ ਹੈ ਅਤੇ ਇਹਦੇ ਤੱਤਾਂ ਬਾਰੇ ਦੱਸਣਾ ਹੈ। ਸਾਰਿਆਂ ਨਾਲੋਂ ਪਹਿਲਾਂ ਆਪਾਂ ਕਵਿਤਾ ਦੀ ਪਰਿਭਾਸ਼ਾ। ਕਵਿਤਾ ਕਿਸ ਨੂੰ ਕਿਹਾ ਜਾਂਦਾ ਹੈ? ਕਵਿਤਾ ਇੱਕ ਸ਼ਬਦ ਕਲਾ ਹੈ। ਕਵਿਤਾ ਕੀ ਇੱਕ ਸ਼ਬਦ ਦੀ ਕਲਾ ਹੈ ਜੋ ਸਾਹਿਤ ਕਲਾ ਦਾ ਇੱਕ ਅੰਗ ਹੈ। ਕਲਾ ਹੁੰਦੀ ਹੈ ਚਿੱਤਰ ਕਲਾ, ਨ੍ਰਿਤਿਆ ਕਲਾ, ਸੰਗੀਤ ਕਲਾ। ਹੁਣ ਉਸੇ ਤਰ੍ਹਾਂ ਜਿਹੜੇ ਇਹ ਕਵਿਤਾ ਹੈ, ਇਕਾਂਗੀ ਹੈ, ਇਹ ਗੀਤ ਹੈ, ਇਹ ਸਾਰੇ ਜਿਹੜੇ ਆਪਣੇ ਵਿਸ਼ੇ ਹਨ ਸਾਹਿਤ ਦੇ, ਇਹ ਕਿਹੜੇ ਹੋ ਗਏ? ਕਲਾ ਸਾਹਿਤ ਦੀ। ਕਵਿਤਾ ਇੱਕ ਸ਼ਬਦ ਕਲਾ ਹੈ ਜੋ ਸਾਹਿਤ ਕਲਾ ਦਾ ਇੱਕ ਅੰਗ ਹੈ, ਉਹਦਾ ਇੱਕ ਹਿੱਸਾ ਹੈ। ਕੌਣ ਹਿੱਸਾ ਹੈ? ਕਵਿਤਾ। ਸਮਝਣਾ ਹੈ, ਸਮਝੋਗੇ ਉਨੀ ਵਧੀਆ ਯਾਦ ਹੋਊਗਾ, ਨਾਲ ਦੇ ਨਾਲ ਆਪਣਾ ਮੈਟਰ ਤਿਆਰ ਹੁੰਦਾ ਜਾਊਗਾ। ਕਵਿਤਾ ਨੂੰ ਸਾਹਿਤ ਦਾ ਸਭ ਤੋਂ ਪਹਿਲਾਂ ਰੂਪ ਮੰਨਿਆ ਜਾਂਦਾ ਹੈ। ਵੀ ਕਵਿਤਾ ਹੈ ਜਿਹੜੀ ਆਪਾਂ ਲਿਖਦੀਆਂ ਵਾ ਕਵਿਤਾਵਾਂ, ਉਹਨੂੰ ਸਾਹਿਤ ਦਾ ਸਭ ਤੋਂ ਪਹਿਲਾ ਰੂਪ, ਵਿਸਥਾਰ ਨਾਲੋਂ ਪਹਿਲਾਂ ਆਪਾਂ ਜੇ ਰੂਪ ਮੰਨੀਏ ਕਿਹੜਾ ਲਿਖਣਾ ਸ਼ੁਰੂ ਹੋਇਆ ਤਾਂ ਕਵਿਤਾ ਮੰਨਿਆ ਗਿਆ ਹੈ। ਕਵਿਤਾ ਤੋਂ ਭਾਵ, ਇਸ ਤੋਂ ਕੀ ਮਤਲਬ ਹੈ, ਇਹਦੀ ਸ਼ਬਦ ਰਚਨਾ ਕੀ ਹੈ, ਕਿਵੇਂ ਆਪਾਂ ਇਹਨੂੰ ਆਪਾਂ ਐਕਸਪਲੇਨ ਕਰ ਸਕਦੇ ਹਾਂ? ਜਿਸ ਵਿੱਚ ਖਿਆਲ, ਜਜ਼ਬਾ, ਕਲਪਨਾ ਅਤੇ ਲੈਅ, 3 ਚੀਜ਼ਾਂ ਦੱਸੀਆਂ। 4 ਖਿਆਲ, ਜਜ਼ਬਾ, ਕਲਪਨਾ, ਲੈਅ, ਤਾਲ ਜਾਂ ਕਿਸੇ ਤਰ੍ਹਾਂ ਦੇ ਵਜ਼ਨ ਤੋਲ ਨਾਲ ਸੁਮੇਲ ਹੋਵੇ।
ਹੁਣ ਦੇਖੋ ਕੋਈ ਖਿਆਲ ਹੈ, ਹੁਣ ਕਵਿਤਾ ਆਪਾਂ ਲਿਖਦੇ ਹਾਂ, ਜਿਹੜੇ ਕਵਿਤਾਵਾਂ ਲਿਖਦੇ ਆ ਉਹਨਾਂ ਦੇ ਖਿਆਲ, ਉਹਨਾਂ ਦੀ ਸੋਚਣ, ਉਹ ਸੋਚਦੇ ਆ, ਉਹਦੇ ਚਿੰਤਨ ਮਨਨ ਕਰਦੇ ਆ, ਫਿਰ ਉਹਨਾਂ 'ਤੇ ਉਹ ਕਵਿਤਾ ਦੀ ਰਚਨਾ ਕਰਦੇ ਆ। ਜਿਵੇਂ ਪ੍ਰਕਿਰਤੀ 'ਤੇ ਕਰਨਾ ਤਾਂ ਪ੍ਰਕਿਰਤੀ ਦੇ ਵਿੱਚ ਆਲੇ ਦੁਆਲੇ ਜੋ ਚੀਜ਼ਾਂ ਵਾਪਰ ਰਹੀਆਂ ਘਟਨਾਵਾਂ, ਉਹਨਾਂ ਨੂੰ ਦੇਖਣਾ, ਮਹਿਸੂਸ ਕਰਨਾ, ਉਹਨਾਂ ਦੀ ਕਲਪਨਾ ਕਰਨੀ, ਫਿਰ ਉਹਨੂੰ ਇੱਕ ਲੈਅ ਦੇ ਵਿੱਚ ਬੋਲਣਾ, ਉਹ ਬੋਲ ਕੇ ਤਰਜ਼ ਬਣਾਉਣੀ। ਉਹ ਇਹ ਸਾਰਾ ਵਜ਼ਨ ਤੋਲ, ਭਾਵ ਵੀ ਹਰ ਇੱਕ ਚੀਜ਼ ਦਾ ਇੱਕ ਬਰਾਬਰ ਦਾ ਹੁੰਦਾ, ਲੈਅ ਹੁੰਦੀ ਹੈ, ਤੋਲ ਹੁੰਦਾ ਵੀ ਐਂ ਨਹੀਂ ਵੀ ਕੋਈ ਘੱਟ ਹੋਊਗਾ, ਕੋਈ ਵੱਧ ਹੋਊਗਾ। ਇਹ ਸਾਰੇ ਜਿੰਨੇ ਵੀ ਵਿਸ਼ੇ, ਇਹਨਾਂ ਸਾਰਿਆਂ ਦਾ ਇੱਕ ਬਰਾਬਰ ਦਾ ਵਜ਼ਨ ਕਰਕੇ ਸੁਮੇਲ ਕਰਨਾ, ਭਾਵ ਇਸ ਨੂੰ ਜੋੜਨਾ, ਇਹਨਾਂ ਸਾਰਿਆਂ ਨੂੰ ਜੋੜ ਕੇ ਕੀ ਬਣਦੀ ਹੈ? ਕਵਿਤਾ। ਇੱਕ ਵਾਰ ਫਿਰ, ਕਵਿਤਾ ਇੱਕ ਸ਼ਬਦ ਕਲਾ ਹੈ ਜੋ ਸਾਹਿਤ ਕਲਾ ਦਾ ਇੱਕ ਅੰਗ ਹੈ। ਠੀਕ ਹੈ ਜੀ। ਕਵਿਤਾ ਨੂੰ ਸਾਹਿਤ ਦਾ ਸਭ ਤੋਂ ਪਹਿਲਾ ਰੂਪ ਮੰਨਿਆ ਗਿਆ ਵੀ ਸਾਰਿਆਂ ਨਾਲੋਂ ਫਸਟ, ਪਹਿਲਾ ਸਟਾਰਟਿੰਗ ਰੂਪ ਕਿਹੜਾ ਮੰਨਿਆ ਜੀ ਸਾਹਿਤ ਦਾ? ਕਵਿਤਾ ਨੂੰ। ਬਾਕੀ ਸਾਰੇ ਰੂਪ ਉਸ ਤੋਂ ਬਾਅਦ ਮੰਨੇ ਹਨ। ਕਵਿਤਾ ਤੋਂ ਕੀ ਭਾਵ ਹੈ? ਅਜਿਹੀ ਸ਼ਬਦ ਰਚਨਾ ਹੈ ਜਿਸ ਵਿੱਚ ਖਿਆਲ, ਆਪਣੀ ਸੋਚਦਿਆਂ, ਵਿਚਾਰ ਕਰਦਿਆਂ, ਜਜ਼ਬਾ, ਆਪਣਾ ਜਿਹੜਾ ਹੁਨਰ ਹੁੰਦਾ ਹੈ, ਕਲਪਨਾ ਸ਼ਕਤੀ, ਆਪਾਂ ਬੈਠੇ ਕਲਪਨਾਵਾਂ ਕਰਦੇ ਹਾਂ ਵੀ ਮੈਂ ਆਹ ਕਰਨਾ ਸੀ, ਕੋਈ ਵੀ ਕਲਪਨਾ ਕਰਨੀ। ਲੈਅ ਤਾਲ, ਲੈਅ ਹੁੰਦਾ ਵੀ ਹੁਣ ਆਪਾਂ ਕਵਿਤਾ ਲਿਖਾਂਗੇ, ਮੰਨ ਲਓ ਆਪਾਂ ਕਿਸੇ ਰੁੱਖ 'ਤੇ ਲਿਖੀ, ਅਤੇ ਰੁੱਖ ਦੇ ਸੰਬੰਧੀ, ਜਿਵੇਂ ਕਿ ਉਦਾਹਰਨ ਦੇ ਤੌਰ 'ਤੇ ਰੁੱਖ ਸਾਡੇ ਰੁੱਖ ਜਾਪਣ ਪਿਓ ਵਰਗੇ, ਰੁੱਖ ਜਾਪਣ ਜਿਵੇਂ ਰੁੱਖਾਂ ਦੀਆਂ ਛਾਵਾਂ ਮਾਵਾਂ ਵਰਗੀਆਂ, ਕੁਝ ਰੁੱਖ ਮੈਨੂੰ ਪੁੱਤ ਲੱਗਦੇ, ਕੁਝ ਰੁੱਖ ਲੱਗਦੇ ਧੀਆਂ। ਹੁਣ ਇੱਕ ਉਹਦੀ ਇੱਕ ਲੈਅ ਹੋਣੀ ਚਾਹੀਦੀ ਹੈ, ਇੱਕ ਤਾਲ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਵਜ਼ਨ ਤੋਲ ਦੇ ਨਾਲ ਸੁਮੇਲ ਨੂੰ ਆਪਾਂ ਕੀ ਕਹਿੰਦੇ ਹਾਂ? ਕਵਿਤਾ ਕਹਿੰਦੇ ਹਾਂ। ਹੁਣ ਪਰਿਭਾਸ਼ਾ ਦੇਵਾਂਗੇ, ਜਿਵੇਂ ਪਰਿਭਾਸ਼ਾ ਹੋਰ ਵੀ ਦੇ ਸਕਦੇ ਹਾਂ, ਪਰ ਆਪਾਂ ਇੱਕ ਦੋ ਪਰਿਭਾਸ਼ਾ ਚੰਗੀ ਤਰ੍ਹਾਂ ਯਾਦ ਕਰ ਲਵਾਂਗੇ ਤਾਂ ਜੋ ਆਪਾਂ ਨੂੰ ਦਿੱਕਤ ਨਾ ਆਵੇ। ਤਾਂ ਪਰਿਭਾਸ਼ਾ ਦੇਣੀ ਜ਼ਰੂਰੀ ਹੈ। ਇਹਦੇ ਕਵਿਤਾ ਦਾ ਅਰਥ ਦੇ ਨਾਲ ਪਰਿਭਾਸ਼ਾ ਬਹੁਤ ਜ਼ਿਆਦਾ ਜ਼ਰੂਰੀ ਹੈ, ਅਤੇ ਪਰਿਭਾਸ਼ਾ ਦੇਣ ਵਾਲੇ ਉਹਦਾ ਵੀ ਨਾਮ ਜ਼ਰੂਰੀ ਹੈ, ਵੀ ਕਿਹਨਾਂ ਨੇ ਪਰਿਭਾਸ਼ਾ ਦਿੱਤੀ ਹੈ, ਕੌਣ ਕਹਿ ਰਿਹਾ ਹੈ, ਇਹ ਗੱਲਾਂ ਬਹੁਤ ਜ਼ਰੂਰੀ ਹਨ। ਜਿਵੇਂ ਪਰਿਭਾਸ਼ਾ ਹੈ, ਪ੍ਰੋਫੈਸਰ ਪੂਰਨ ਸਿੰਘ ਨੇ ਕਵਿਤਾ ਨੂੰ ਰੂਹਾਂ ਦੀ ਬੋਲੀ ਮੰਨਦਾ ਹੈ। ਵੀ ਜਿਹੜਾ ਪ੍ਰੋਫੈਸਰ ਪੂਰਨ ਸਿੰਘ ਹੈ, ਇਹ ਕਵਿਤਾ ਨੂੰ ਰੂਹਾਂ ਦੀ ਬੋਲੀ ਮੰਨਦਾ ਹੈ। ਉਸ ਦੇ ਅਨੁਸਾਰ ਸਾਧ ਮਨ ਵਿੱਚੋਂ ਜੋ ਬੋਲ ਨਿਕਲਣ, ਉਹ ਕੀ ਹਨ? ਕਵਿਤਾ ਹਨ। ਵੀ ਜਿਹੜੇ ਸਹਿ ਸੁਭਾਅ ਆਪਣੇ ਸਾਧ ਮਨ ਹੈ, ਜਿਹੜਾ ਸਾਹ ਮਨ ਹੈ, ਜਿਹੜੇ ਆਪਣੇ ਬੋਲ ਨਿਕਲਦੇ ਸ਼ਬਦ, ਆਪਣੇ ਮਨੋਂ ਅੰਦਰੋਂ ਧੁਰ ਅੰਦਰੋਂ ਸ਼ਬਦ ਨਿਕਲਣ, ਉਹ ਕੀ ਹੈ? ਕਵਿਤਾ ਮੰਨਿਆ ਗਿਆ ਹੈ। ਜਿਵੇਂ ਇੱਕ ਹੋਰ ਆਪਾਂ ਤਰਕ ਲੈਂਦੇ ਹਾਂ, ਕਾਰਨ ਲਾਈਨ ਦੇ ਅਨੁਸਾਰ ਕਵਿਤਾ ਇੱਕ ਗਾਉਂਦਾ ਜਜ਼ਬਾ ਹੈ। ਕੀ ਹੈ? ਇੱਕ ਗਾਉਂਦਾ ਜਜ਼ਬਾ ਹੈ ਜੀ। ਉਸ ਤੋਂ ਬਾਅਦ ਲੈਂਦੇ ਹਾਂ ਇੱਕ ਅਗਲੇ ਕਵੀ ਹਨ ਹੈਜ਼ਲਿਟ ਅਨੁਸਾਰ, ਕਵਿਤਾ ਕਲਪਨਾ ਅਤੇ ਭਾਵਾਂ ਦੀ ਭਾਸ਼ਾ ਹੈ। ਇਹਨਾਂ ਨੇ ਆਪਣੇ ਆਪਣੇ ਤਰਕ ਦੇ ਆਧਾਰ 'ਤੇ ਵਿਚਾਰ ਰੱਖੇ ਹਨ, ਪ੍ਰੋਫੈਸਰ ਪੂਰਨ ਸਿੰਘ, ਕਾਰਲਾਈਨ ਅਤੇ ਹੈਜ਼ਲਿਟ। ਕਵਿਤਾ ਦੇ ਬਾਰੇ ਜਿਵੇਂ ਉਹਨਾਂ ਨੇ ਦੱਸਿਆ, ਕਵਿਤਾ ਇੱਕ ਗਾਉਂਦਾ ਜਜ਼ਬਾ ਹੈ, ਕਵਿਤਾ ਇੱਕ ਕਲਪਨਾ ਅਤੇ ਭਾਵਾਂ ਦੀ ਇੱਕ ਭਾਸ਼ਾ ਹੈ। ਇਹ ਸੀ ਆਪਣੇ ਕਵਿਤਾ ਦਾ ਅਰਥ ਅਤੇ ਕਵਿਤਾ ਦੀ ਪਰਿਭਾਸ਼ਾ। ਉਮੀਦ ਕਰਦਾ ਹਾਂ ਤੁਹਾਨੂੰ ਇਹ ਦੋ ਗੱਲਾਂ ਸਮਝ ਆ ਗਈਆਂ ਹੋਣ, ਜੇਕਰ ਤੁਸੀਂ ਵੀਡੀਓ ਨੂੰ ਧਿਆਨ ਨਾਲ ਸੁਣ ਰਹੇ ਹੋ। ਪਹਿਲੀ ਗੱਲ ਆਪਣੀ ਪਰਿਭਾਸ਼ਾ ਸਪਸ਼ਟ ਹੋ ਗਈ। ਅਰਥ, ਕਵਿਤਾ ਕਿਸ ਨੂੰ ਕਹਿੰਦੇ ਆ? ਆਪਾਂ ਹਜੇ ਤੱਕ ਕਵਿਤਾ ਪੜ੍ਹਦੇ ਆਏ ਹਾਂ, ਪਰ ਆਪਾਂ ਨੂੰ ਇਹ ਨਹੀਂ ਪਤਾ ਵੀ ਕਵਿਤਾ ਦਾ ਮਤਲਬ ਕੀ ਹੈ, ਇਸ ਸ਼ਬਦ ਦਾ ਕੀ ਮਤਲਬ ਹੈ। ਤਾਂ ਹੁਣ ਸਪਸ਼ਟ ਹੋ ਗਿਆ ਹੋਣਾ। ਪਰਿਭਾਸ਼ਾ ਤੁਹਾਨੂੰ 3 ਕਰਵਾ ਦਿੱਤੀਆਂ। ਇਸ ਤੋਂ ਬਾਅਦ ਆਪਾਂ ਕਰਾਂਗੇ ਕਵਿਤਾ ਦੇ ਤੱਤ। ਵੀ ਜਦੋਂ ਆਪਾਂ ਕਵਿਤਾ ਦੀ ਰਚਨਾ ਕਰਦੇ ਹਾਂ ਤਾਂ ਆਪਾਂ ਨੂੰ ਕਿਹਨਾਂ ਤੱਤਾਂ ਦੀ ਜ਼ਰੂਰਤ ਹੁੰਦੀ ਹੈ, ਕਿਹੜੇ ਮੁੱਖ ਤੱਤ ਹੁੰਦੇ ਹਨ ਜਿਨ੍ਹਾਂ ਦੇ ਨਾਲ ਕਵਿਤਾ ਦੀ ਸਿਰਜਣਾ ਕੀਤੀ ਜਾਂਦੀ ਹੈ, ਕਵਿਤਾ ਲਿਖੀ ਜਾਂਦੀ ਹੈ, ਕਵਿਤਾ ਤਿਆਰ ਕੀਤੀ ਜਾਂਦੀ ਹੈ। ਪਹਿਲਾ ਹੈ ਜੀ ਤੱਤ ਆਪਣਾ ਕਾਵਿ ਭਾਸ਼ਾ। ਪਹਿਲਾ ਤੱਤ ਹੈ ਕਾਵਿ ਭਾਸ਼ਾ। ਕਾਵਿ ਦੀ ਕਵਿਤਾ ਦਾ ਕੱਚਾ ਮਸਾਲਾ ਹੈ। ਮਸਾਲਾ ਭਾਵ ਸਮੱਗਰੀ ਕਿਹਾ ਹੈ। ਇਹਨੂੰ ਸਰਲ ਭਾਸ਼ਾ ਦੇ ਵਿੱਚ ਲਿਖਿਆ ਗਿਆ ਹੈ ਤਾਂ ਜੋ ਤੁਹਾਨੂੰ ਗੱਲ ਚੰਗੀ ਤਰ੍ਹਾਂ ਸਮਝ ਆ ਸਕੇ। ਮਸਾਲੇ ਦਾ ਭਾਵ ਹੈ ਜੀ ਸਮੱਗਰੀ। ਜਿਵੇਂ ਉਦਾਹਰਨ ਲੈਂਦੇ ਹਾਂ ਆਪਾਂ, ਮੂਰਤੀਕਾਰ ਦਾ
ਮਸਾਲਾ ਕਹਿ ਲਓ, ਸਮੱਗਰੀ ਕਹਿ ਲਓ, ਕੀ ਹੈ, ਉਹਨੂੰ ਸੰਗਮਰਮਰ ਚਾਹੀਦਾ ਹੈ, ਉਹ ਫਿਰ ਮੂਰਤੀ ਬਣਾ ਸਕਦਾ ਹੈ। ਚਿੱਤਰਕਾਰ ਦਾ ਜਿਹੜਾ ਮਸਾਲਾ ਰੰਗ ਅਤੇ ਰੇਖਾ ਹੁੰਦਾ ਹੈ, ਉਸੇ ਤਰ੍ਹਾਂ ਭਾਸ਼ਾ ਕਵਿਤਾ ਦਾ ਮਸਾਲਾ ਹੈ। ਵੀ ਜਿਹੜੀ ਭਾਸ਼ਾ ਹੈ ਇਹ ਕਵਿਤਾ ਲਈ ਇੱਕ ਕੀ ਹੈ, ਇੱਕ ਸਮੱਗਰੀ ਹੈ, ਇੱਕ ਮਸਾਲਾ ਹੈ, ਇਹ ਜ਼ਰੂਰੀ ਹੈ। ਭਾਸ਼ਾ ਦੇ ਬਿਨਾਂ ਆਪਾਂ ਕਵਿਤਾ ਦੀ ਕਲਪਨਾ ਨਹੀਂ ਕਰ ਸਕਦੇ। ਇਸ ਦੇ ਸਹਾਰੇ ਕਵੀ ਆਪਣੇ ਕੱਚੇ ਮਸਾਲੇ ਨੂੰ ਵਿਉਂਤਬੰਦ ਤਰੀਕੇ ਕਰਕੇ ਕਵਿਤਾ ਦੀ ਸਿਰਜਣਾ ਕਰਦਾ ਹੈ। ਵਿਉਂਤਬੰਦ ਵੀ ਹਰ ਇੱਕ ਪੱਖ ਨੂੰ, ਹੁਣ ਕਵਿਤਾ ਹੈ ਆਪਾਂ ਲਿਖ ਰਹੇ ਹਾਂ, ਕਿਹੜਾ ਸ਼ਬਦ ਕਿਸ ਤਰ੍ਹਾਂ ਦੇ ਭਾਵ ਆਪਾਂ ਕਿੱਥੇ ਰੱਖਣੇ ਆ, ਉਹਨਾਂ ਨੂੰ ਵਿਉਂਤ ਭਾਵ ਸੋਚ ਸਮਝ ਕੇ ਤਿਆਰ ਕੀਤੀ ਜਾਂਦੀ ਹੈ। ਉਹਨਾਂ ਦੇ ਇੱਕ ਮੇਲ ਸੁਮੇਲ ਬਿਠਾਇਆ ਜਾਂਦਾ ਹੈ, ਤਾਲਮੇਲ ਬਿਠਾ ਕੇ ਗੱਲ ਆਪਣੇ ਸਾਹਮਣੇ ਰੱਖੀ ਜਾਂਦੀ ਹੈ। ਕਵਿਤਾ ਦੀ ਭਾਸ਼ਾ ਸਹਿਜ, ਸੁਭਾਵਿਕ ਅਤੇ ਲੋਕ ਪੱਧਰੀ ਭਾਸ਼ਾ ਦੇ ਨੇੜੇ ਹੋਣੀ ਚਾਹੀਦੀ ਹੈ। ਵੀ ਹੁਣ ਦੇਖੋ, ਆਪਾਂ ਕਵਿਤਾ ਲਿਖ ਰਹੇ ਹਾਂ ਤਾਂ ਜਿਹੜੀ ਆਪਣੀ ਭਾਸ਼ਾ ਹੈ ਉਹ ਲੋਕਾਂ ਨੂੰ ਸਮਝ ਆਉਣੀ ਚਾਹੀਦੀ ਹੈ ਵੀ ਇਹ ਜਿਹੜਾ ਕਵੀ ਹੈ, ਇਹ ਜਿਹੜਾ ਕਵਿਤਾਕਾਰ ਹੈ, ਇਹ ਆਪਾਂ ਨੂੰ ਕੀ ਦਰਸਾਉਣਾ ਚਾਹੁੰਦਾ ਹੈ, ਕੀ ਦੱਸਣਾ ਚਾਹੁੰਦਾ ਹੈ। ਲੋਕ ਪੱਧਰੀ ਭਾਵ ਲੋਕਾਂ ਦੇ ਪੱਧਰ, ਵੀ ਜਿਹੜੇ ਲੋਕ ਉਸ ਗੱਲ ਨੂੰ ਸਮਝ ਸਕਣ, ਉਹਨਾਂ ਦੇ ਨੇੜੇ ਹੋਵੇ। ਜਿਸ ਇਲਾਕੇ 'ਚ ਆਪਾਂ ਹੁਣ ਕਵਿਤਾ ਪੇਸ਼ ਕਰਨੀ ਹੈ, ਜੇ ਉਹਨਾਂ ਨੂੰ ਆਪਣੀ ਭਾਸ਼ਾ ਹੀ ਨਾ ਸਮਝ ਆਈ ਤਾਂ ਉਹ ਕਵਿਤਾ ਨੂੰ ਨਹੀਂ ਪੜ੍ਹ ਸਕਦੇ, ਆਪਣੀ ਕਵਿਤਾ ਸਫਲ ਨਹੀਂ ਹੋ ਸਕਦੀ। ਦੂਜਾ ਬਿੰਦੂ ਹੈ ਜੀ ਕਲਪਨਾ। ਹੁਣ ਦੇਖੋ, ਕਲਪਨਾ ਸਾਰੀ ਕਵਿਤਾ ਦੀ ਇਮਾਰਤ। ਹੁਣ ਜਿਸ ਤਰ੍ਹਾਂ ਇੱਕ ਆਪਾਂ ਇਮਾਰਤ ਬਣਾਉਂਦੇ ਹਾਂ, ਕਵਿਤਾ ਦੀ ਵੀ ਇੱਕ ਇਮਾਰਤ ਹੁੰਦੀ ਹੈ, ਭਾਵ ਉਹਨੂੰ ਆਪਾਂ ਕਿਸ ਵਿਸ਼ੇ 'ਤੇ ਲਿਖਣਾ ਹੈ, ਸੋਚਣਾ, ਉਹਦੀ ਕਲਪਨਾ ਕਰਨੀ। ਸਾਰੀ ਕਵਿਤਾ ਦੀ ਕਲਪਨਾ ਕਵੀ ਦੀ ਕਲਪਨਾ 'ਤੇ ਆਧਾਰਿਤ ਹੁੰਦੀ ਹੈ। ਵੀ ਜਿਹੜਾ ਕਵੀ ਹੈ, ਹੁਣ ਇਹ ਸਾਰੀ ਚੀਜ਼ ਉਹ 'ਤੇ ਹੀ ਨਿਰਭਰ ਕਰਦੀ ਹੈ ਵੀ ਉਹ ਕਿਸ ਚੀਜ਼ ਦੀ ਕਲਪਨਾ ਕਰਦਾ ਹੈ, ਕਿਸ ਵਿਸ਼ੇ ਨੂੰ ਲੈ ਕੇ ਤੁਰਦਾ ਹੈ। ਇਹ ਸਭ ਗੱਲਾਂ ਕਵੀ ਦੇ ਆਧਾਰ 'ਤੇ ਹੀ ਆਧਾਰਿਤ ਹੁੰਦੀਆਂ ਹਨ। ਇਹ ਕਵਿਤਾ ਤਾਂ ਬੁਨਿਆਦੀ ਤੱਤ ਮੰਨਿਆ ਗਿਆ ਹੈ। ਕਲਪਨਾ ਜਿਹੜੀ ਹੈ ਇਹ ਕਵਿਤਾ ਦਾ ਬੁਨਿਆਦੀ ਤਾਂ ਭਾਵ ਇਸ ਤੋਂ ਬਿਨਾਂ ਕਵਿਤਾ ਕੀ ਹੈ, ਅਧੂਰੀ ਹੈ। ਕਲਪਨਾ, ਕਿਉਂਕਿ ਜੇ ਉਹ ਕਲਪਨਾ ਨਹੀਂ ਕਰੂਗਾ, ਉਹ 'ਤੇ ਚਿੰਤਨ ਮਨਨ ਨਹੀਂ ਕਰੂਗਾ ਤਾਂ ਕਵਿਤਾ ਦਾ ਵਿਸ਼ਾ ਨਹੀਂ ਬਣ ਸਕਦਾ। ਬੁਨਿਆਦੀ ਤੱਤ ਹੈ, ਬਹੁਤ ਜ਼ਰੂਰੀ ਤੱਤ ਹੈ। ਕਵੀ ਦੂਰ ਦੂਰ ਤੱਕ ਆਪਣੀਆਂ ਕਲਪਨਾ ਦੀਆਂ ਉਡਾਰੀਆਂ ਲਾਉਂਦਾ ਹੈ। ਕਵੀ ਨੇ ਜਿਸ ਵੀ ਵਿਸ਼ੇ 'ਤੇ ਲਿਖਣਾ ਹੈ, ਉਹਨੇ ਉਸ ਨੂੰ ਵੱਧ ਚੜ੍ਹ ਕੇ, ਜਿੰਨਾ ਹੋ ਸਕਦਾ ਆਪਣੀ ਸੋਚ ਨੂੰ ਦੂਰ ਦੂਰ ਤੱਕ ਲੈ ਕੇ ਜਾਣਾ ਹੈ, ਵੀ ਅਗਾਂਹ ਤੱਕ ਚਾਰ ਚੁਫੇਰੇ ਉਹਨੇ ਆਪਣੀ ਜਿਹੜੀ ਕਲਪਨਾ ਨੂੰ ਉਡਾਉਣਾ ਹੈ। ਜਿਸ ਕਰਕੇ ਉਹ ਆਪਣੀ ਕਲਪਨਾ ਦੇ ਆਧਾਰ 'ਤੇ ਹੀ ਪਾਠਕ ਅੱਗੇ ਦ੍ਰਿਸ਼ ਲਿਆ ਖੜਾਉਂਦਾ ਹੈ। ਭਾਵ ਵੀ ਜਿਵੇਂ ਆਉਣ ਵਾਲੇ ਸਮੇਂ 'ਤੇ ਜਿਸ ਤਰ੍ਹਾਂ ਕੋਈ ਆਪਾਂ ਨਾਟਕ ਦੇਖਦੇ ਹਾਂ ਤਾਂ ਉਹ ਜਦੋਂ ਕੋਈ ਗੱਲਾਂ ਕਰਦੇ ਹਨ ਆਉਣ ਵਾਲੇ ਸਮੇਂ ਦੀਆਂ, ਤਾਂ ਜਦੋਂ ਜਿਸ ਵਿਸ਼ੇ ਨੂੰ ਆਪਣੇ ਸਾਹਮਣੇ ਰੱਖਦੇ ਹਨ ਤਾਂ ਉਹ ਵਿਸ਼ਾ ਉਹ ਬੋਲ ਰਹੇ ਹੁੰਦੇ ਹਨ, ਪਰ ਆਪਣੀਆਂ ਅੱਖਾਂ ਦੇ ਸਾਹਮਣੇ ਉਹ ਕਲਪਨਾ ਦਾ ਦ੍ਰਿਸ਼ ਬਣਨ ਲੱਗ ਜਾਂਦਾ ਹੈ, ਪੈਦਾ ਹੋਣ ਲੱਗ ਜਾਂਦਾ ਹੈ। ਵੀ ਜਿਸ ਵਿਸ਼ੇ ਨਾਲ ਸੰਬੰਧਿਤ ਆਪਾਂ ਗੱਲ ਕਰਦੇ ਹਾਂ ਤਾਂ ਉਹ ਗੱਲ ਇੱਕ ਚਿੱਤਰ, ਦ੍ਰਿਸ਼ ਦਾ ਭਾਵ ਹੈ ਇੱਕ ਉਹਦੀ ਤਸਵੀਰ, ਉਹਦਾ ਇੱਕ ਚਿੱਤਰ ਆਪਣੇ ਨਿਗਾਹ ਦੇ ਸਾਹਮਣੇ ਆਉਂਦਾ ਹੈ, ਆਪਾਂ ਉਹਦਾ ਮਹਿਸੂਸ ਕਰਦੇ ਹਾਂ। ਅਗਲਾ ਹੈ ਜੀ ਤੀਜਾ ਬਿੰਦੂ, ਭਾਵ। ਦਿਲਾਂ ਦੇ ਜਜ਼ਬੇ ਨੂੰ ਭਾਵ ਕਿਹਾ ਜਾਂਦਾ ਹੈ। ਜਜ਼ਬਾ ਹੁੰਦਾ ਜੀ ਹੁਨਰ। ਕਿਵੇਂ, ਦੇਖੋ, ਇਹ ਮਨੁੱਖੀ ਦਿਲਾਂ ਨੂੰ ਛੂਹਣ ਦਾ ਯਤਨ ਕਰਦਾ ਹੈ। ਜਿਵੇਂ ਹੁਣ ਕਵਿਤਾ ਆਪਾਂ ਨੂੰ ਦੇਖਣੀ ਹੈ, ਪਿਆਰ ਦੇ ਭਾਵ ਪ੍ਰਗਟ ਕਰਦੀ ਹੈ, ਤਰਸ ਦਾ ਭਾਵ ਪ੍ਰਗਟ ਕਰਦੀ ਹੈ, ਵਿਛੋੜੇ ਦਾ ਭਾਵ ਪ੍ਰਗਟ ਕਰਦੀ ਹੈ, ਜਾਂ ਡਰ ਦਾ ਭਾਵ ਪ੍ਰਗਟ ਕਰਦੀ ਹੈ। ਭਾਵਾਂ ਨੂੰ ਕਵਿਤਾ ਵਿੱਚ ਵਰਤ ਕੇ ਅਸੀਂ ਉਸ ਦਾ ਪ੍ਰਭਾਵ ਵਧਾ ਸਕਦੇ ਹਾਂ ਅਤੇ ਭਾਵ ਤੋਂ ਬਿਨਾਂ ਕਵਿਤਾ ਦੀ ਹੋਂਦ ਸੰਭਵ ਨਹੀਂ ਗੀ। ਇਹ ਭਾਵ ਵਰਤਣੇ ਜ਼ਰੂਰੀ ਹਨ। ਵੀ ਜਿਹੜੀ ਇਹ ਕਵਿਤਾ ਹੈ, ਆਪਣੀ ਜਿਹੜੀ ਭਾਸ਼ਾ ਹੈ, ਆਪਣੀ ਜਿਹੜੀ ਕਲਪਨਾ ਹੈ, ਉਸ ਭਾਸ਼ਾ ਤੋਂ ਆਪਾਂ ਨੂੰ ਪਤਾ ਲੱਗੂਗਾ ਵੀ ਆਪਣੀ ਕਿਸ ਹਿਸਾਬ ਦੀ ਭਾਸ਼ਾ ਹੈ, ਆਪਾਂ ਉਹਦੇ ਵਿੱਚ ਕੀ ਕਲਪਨਾ ਕਰ ਰਹੇ ਹਾਂ। ਪਿਆਰ ਦਾ ਭਾਵ ਹੈ, ਤਰਸ ਦਾ ਭਾਵ ਹੈ, ਤਰਸ ਭਾਵ ਦਇਆ ਕਰਨੀ, ਵਿਛੋੜੇ ਦਾ ਭਾਵ ਹੈ ਡਰ। ਇਹਨਾਂ ਸਾਰਿਆਂ ਭਾਵਾਂ ਦਾ ਹੋਣਾ ਹੈ ਬਹੁਤ ਜ਼ਰੂਰੀ ਹੈ। ਅਗਲਾ ਹੈ ਜੀ ਬੋਲੀ, ਬੁੱਧੀ ਅਤੇ ਜਾਂ ਵਿਚਾਰ। ਹੁਣ
ਹਰ ਕਵਿਤਾ ਵਿੱਚ ਕੋਈ ਨਾ ਕੋਈ ਵਿਸ਼ਾ ਹੁੰਦਾ ਹੈ। ਇਸ ਵਿਸ਼ੇ ਦੀ ਸ਼ਕਲ ਵਿੱਚ ਪੇਸ਼ ਹੋਈਆਂ ਵਸਤੂਆਂ ਹੀ ਵਿਚਾਰ ਹੈ। ਇਹ ਅਨੁਭਵ ਜਾਂ ਵਿਚਾਰ ਕਵਿਤਾ ਦਾ ਜ਼ਰੂਰੀ ਤੱਤ ਵਜੋਂ ਸ਼ਾਮਿਲ ਹੁੰਦੇ ਹਨ। ਵੀ ਦੇਖੋ, ਤੁਸੀਂ ਕੋਈ ਵੀ ਕਵਿਤਾ ਲੈ ਲਓ, ਕੋਈ ਵੀ ਕਵਿਤਾ ਹੋਵੇ, ਉਹਦਾ ਕੋਈ ਨਾ ਕੋਈ ਵਿਸ਼ਾ, ਉਹਦਾ ਮਕਸਦ ਜ਼ਰੂਰ ਹੁੰਦਾ ਹੈ। ਉਹਦਾ ਕੋਈ ਨਾ, ਉਸ ਕਵੀ ਦਾ ਕਵਿਤਾ ਲਿਖਣ ਦਾ ਕੋਈ ਨਾ ਕੋਈ ਉਦੇਸ਼ ਜ਼ਰੂਰ ਹੁੰਦਾ ਹੈ। ਉਹ ਆਪਣੀ ਕੋਈ ਗੱਲ ਪਾਠਕਾਂ ਤੱਕ ਪਹੁੰਚਾਉਣ ਦਾ ਇੱਕ ਜ਼ਰੀਆ ਹੈ ਕਵਿਤਾ। ਆਪਾਂ ਜੋ ਸਮਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆਵਾਂ, ਚੰਗੀਆਂ, ਕੋਈ ਕਿਸ ਤਰ੍ਹਾਂ ਦੀਆਂ ਬੁਰੀਆਂ ਗੱਲਾਂ, ਜੇ ਆਪਾਂ ਉਹਨੂੰ ਜਾਣੂ ਕਰਵਾਉਣਾ ਵੀ ਆਪਾਂ ਨੂੰ ਇਹ ਤੋਂ ਬਚਣਾ ਚਾਹੀਦਾ, ਚੰਗੀਆਂ ਗੱਲਾਂ ਇਹ ਅਪਣਾਉਣੀਆਂ ਚਾਹੀਦੀਆਂ, ਕੀ ਚੰਗਾ ਕੀ ਮਾੜਾ, ਹਰ ਇੱਕ ਤਰ੍ਹਾਂ ਦਾ ਵਿਸ਼ਾ, ਕਿਸੇ ਵੀ ਤਰ੍ਹਾਂ ਦਾ ਉਸ ਕਵੀ ਉਹਨੂੰ ਪਾਠਕਾਂ ਤੱਕ ਪਹੁੰਚਾਉਣ ਦਾ ਕੋਈ ਨਾ ਕੋਈ ਵਿਸ਼ਾ ਜ਼ਰੂਰ ਹੁੰਦਾ ਹੈ। ਅਤੇ ਇਸ ਵਿਸ਼ੇ ਦੀ ਸ਼ਕਲ ਨੂੰ ਪੇਸ਼ ਕਰਦਿਆਂ ਉਸ ਵਸਤੂ, ਹੁਣ ਦੇਖੋ, ਆਪਾਂ ਕਵਿਤਾ ਦਾ ਨਾਮ ਦੇਖਦੇ ਹਾਂ, ਕੋਈ ਵੀ ਕਵਿਤਾ ਲੈ ਲਓ। ਹੁਣ ਆਪਾਂ ਕਵਿਤਾਵਾਂ ਦੇਖਦੇ ਹਾਂ, ਦੇਸ਼ ਭਗਤੀ ਕਵਿਤਾ ਜਾਂ ਰੁੱਖਾਂ ਦੇ, ਹੁਣ ਆਪਣੀ ਜਿਹੜੀ ਕਵਿਤਾਵਾਂ ਹੁੰਦੀਆਂ, ਰੁੱਖ 'ਤੇ ਕਵਿਤਾ ਲਿਖੀ ਹੈ ਜਾਂ ਮਾਂ ਪਿਓ 'ਤੇ ਲਿਖੀ ਹੈ, ਕਿਸੇ ਵੀ ਵਿਸ਼ੇ 'ਤੇ ਆਧਾਰ 'ਤੇ ਲਿਖੀ ਹੈ, ਉਹਦਾ ਵਿਸ਼ਾ ਵਸਤੂ ਹੁੰਦਾ ਹੈ। ਫਿਰ ਜਿਸ ਤਰ੍ਹਾਂ ਦੇ ਉਹ 'ਚ ਵਸਤੂਆਂ ਦੀ ਵਰਤੋਂ ਕਰਦਾ ਹੈ, ਸ਼ਬਦਾਂ ਦੀ, ਉਹ ਆਪਣੀ ਸ਼ਕਲ ਸਾਹਮਣੇ, ਉਹ ਉਹਨਾਂ ਦੀ ਜਿਹੜਾ ਦ੍ਰਿਸ਼ ਹੈ ਆਪਣੀਆਂ ਅੱਖਾਂ ਸਾਹਮਣੇ ਬਣਨ ਲੱਗ ਜਾਂਦਾ ਹੈ। ਅਤੇ ਇਹ ਅਨੁਭਵ ਜਾਂ ਵਿਚਾਰ ਕਵਿਤਾ ਵਿੱਚ ਜ਼ਰੂਰੀ ਤੱਤ ਵਜੋਂ ਸ਼ਾਮਿਲ ਹੁੰਦੇ ਹਨ। ਵੀ ਇਹਦੇ ਬਿਨਾਂ ਕਵਿਤਾ ਕੀ ਮੰਨੀ ਜਾਂਦੀ ਹੈ? ਅਧੂਰੀ ਮੰਨੀ ਜਾਂਦੀ ਹੈ। ਅਗਲਾ ਬਿੰਦੂ ਹੈ ਜੀ ਆਪਣਾ ਰਸ। ਹਰ ਕਵਿਤਾ ਕਿਸੇ ਨਾ ਕਿਸੇ ਰਸ 'ਤੇ ਆਧਾਰਿਤ ਹੁੰਦੀ ਹੈ। ਜਿਵੇਂ ਰਸ ਹੁੰਦੇ ਆ, ਬੀਰ ਰਸ, ਸ਼ਿੰਗਾਰ ਰਸ, ਹਾਸ ਰਸ, ਕਰੁਣਾ ਰਸ, ਰੁਦਰ ਰਸ। ਇਹ ਰਸਾਂ ਦੇ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਆਪਾਂ ਉਦਾਹਰਣ ਲੈਂਦੇ ਹਾਂ, ਸ਼ਿੰਗਾਰ ਰਸ। ਸ਼ਿੰਗਾਰ ਦਾ ਭਾਵ ਦੇਖਾਂਗੇ, ਨੀ ਅੱਜ ਆਇਆ, ਨੀ ਅੱਜ ਕੋਈ ਆਇਆ ਵਿਹੜੇ, ਤੱਕਣ ਚੰਨ ਸੂਰਜ ਟੁਕ ਟੁਕ ਨੇੜੇ, ਲੱਸੇ ਨੀ ਉਸਦਾ ਮੱਥਾ ਤਾਰਿਆਂ ਵਾਂਗੂ, ਆਇਆ ਨੀ ਖੋਰੇ ਅੰਬਰ ਘੁੰਮ ਘੁੰਮ ਕਿਹੜੇ। ਹੁਣ ਇਹ ਦੇਖੋ, ਇਹ ਉਹਦੀ ਜਿਸ ਵਿਸ਼ੇ 'ਤੇ ਲਿਖੀ ਗਈ ਹੈ, ਉਸ ਦੀ ਕੀ ਕੀਤੀ ਗਈ ਹੈ? ਪ੍ਰਸ਼ੰਸਾ ਕੀਤੀ ਗਈ ਹੈ। ਉਹਦਾ ਸ਼ਿੰਗਾਰ ਦੇ ਬਾਰੇ ਦੱਸਿਆ ਵੀ ਉਹਦਾ ਜਿਹੜਾ ਉਹਦੀ ਜਿਹੜੀ ਕਿੰਨਾ ਸੋਹਣਾ ਹੈ। ਤੱਕਣ ਚੰਨ ਸੂਰਜ, ਵੀ ਉਹਨੂੰ ਚੰਦਰਮਾ ਸੂਰਜ ਵੀ ਵੇਖਦੇ ਹੈ। ਉਹਦਾ ਜਿਹੜਾ ਮੱਥਾ ਹੈ ਲਸ਼ਕ ਰਿਹਾ ਹੈ, ਚਮਕਾਂ ਮਾਰ ਰਿਹਾ, ਪਤਾ ਨਹੀਂ ਕਿਹੜੇ ਕਿਹੜੇ ਅਸਮਾਨ, ਕਿਹੜੀ ਕਿਹੜੀ ਦੁਨੀਆ 'ਚ ਘੁੰਮ ਕੇ ਆਇਆ ਹੈ। ਇਹ ਇੱਕ ਉਦਾਹਰਣ ਲਿੱਤਾ ਆਪਾਂ। ਜਿਵੇਂ ਇਹਦੇ ਵਿੱਚ ਹੈ ਸ਼ਿੰਗਾਰ ਰਸ, ਸ਼ਿੰਗਾਰਿਆ ਗਿਆ ਹੈ ਉਸ ਕਵਿਤਾ ਦੇ ਵਿੱਚ ਜਿਸ ਵਿਸ਼ੇ ਨੂੰ ਲੈ ਕੇ ਕਵਿਤਾ ਲਿਖੀ ਗਈ ਹੈ। ਤਾਂ ਮੇਨ ਗੱਲ ਇਹ ਹੈ ਵੀ ਰਸ, ਕਵਿਤਾ ਕਿਸੇ ਨਾ ਕਿਸੇ ਰਸ 'ਤੇ ਆਧਾਰਿਤ ਜ਼ਰੂਰ ਹੁੰਦੀ ਹੈ। ਚਾਹੇ ਉਹ ਕਰੁਣਾ ਹੋਵੇ, ਚਾਹੇ ਉਹ ਵੀਰ ਰਸ ਹੋਵੇ, ਜਾਂ ਹਾਸ ਰਸ ਹੋਵੇ, ਜਾਂ ਸ਼ਿੰਗਾਰ ਰਸ ਹੋਵੇ। ਰਸਾਂ ਤੋਂ ਬਿਨਾਂ ਵੀ ਕਵਿਤਾ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਹੁਣ ਤੱਕ ਆਪਾਂ ਜਿਹੜੇ ਇਹਦੇ ਤੱਤ ਪੜ੍ਹੇ ਹੈ, ਕਾਵਿ ਭਾਸ਼ਾ, ਕਲਪਨਾ, ਭਾਵ, ਬੁੱਧੀ ਜਾਂ ਵਿਚਾਰ ਅਤੇ ਰਸ, ਅਤੇ ਇਸ ਤੋਂ ਬਾਅਦ ਵਾਲੇ ਇਹ ਸਾਰੇ ਤੱਤ ਕਵਿਤਾ ਲਈ ਬਹੁਤ ਜ਼ਿਆਦਾ ਜ਼ਰੂਰੀ ਹਨ। ਅਗਲਾ ਹੈ ਬਿੰਬ। ਬਿੰਬ ਨੂੰ ਸ਼ਬਦ ਚਿੱਤਰ ਵੀ ਆਖਦੇ ਹਾਂ। ਸ਼ਬਦ ਚਿੱਤਰ ਇਸ ਕਰਕੇ ਕਈ ਵਾਰ ਪਾਠਕ ਦੇ ਮਨ ਵਿੱਚ ਉਸ ਨਾਲ ਸੰਬੰਧਿਤ ਵਸਤੂ ਦੀ ਤਸਵੀਰ ਉੱਭਰ ਕੇ ਸਾਹਮਣੇ ਆ ਜਾਂਦੀ ਹੈ। ਬਿੰਬ ਦਾ ਭਾਵ ਹੈ ਜੀ ਸ਼ਬਦ ਚਿੱਤਰ ਵੀ ਆਖਦੇ ਹਾਂ। ਹੁਣ ਦੇਖੋ, ਕੋਈ ਆਪਾਂ ਸ਼ਬਦ ਬੋਲਦੇ ਹਾਂ ਜਾਂ ਆਪਾਂ ਕਿਸੇ ਵਿਸ਼ੇ 'ਤੇ ਕੋਈ ਗੱਲ ਕਰਦੇ ਹਾਂ, ਤਾਂ ਉਸ ਵਿਸ਼ੇ ਦਾ ਦ੍ਰਿਸ਼ ਹੈ, ਉਸ ਵਿਸ਼ੇ ਦੀ ਜਿਹੜੀ ਤਸਵੀਰ ਹੈ ਆਪਣੇ ਮਨ ਦੇ ਵਿੱਚੋਂ ਬਣਨ ਲੱਗ ਜਾਂਦੀ ਹੈ। ਉਹ ਆਪਣੀ ਗੱਲ ਉਹ ਅੱਖਾਂ ਦੇ ਸਾਹਮਣੇ ਆਉਣ ਲੱਗ ਜਾਂਦੀ ਹੈ। ਵੀ ਜੋ ਆਪਣਾ ਪਹਿਲਾਂ ਕਿਸੇ ਥਾਂ ਦੀ ਗੱਲ ਕਰੀਏ, ਵੀ ਆਪਾਂ ਉੱਥੇ ਕਿਸੇ ਥਾਂ 'ਤੇ ਪਹਿਲਾਂ ਜਾ ਕੇ ਆਏ ਹਾਂ। ਜਿਵੇਂ ਮੰਨ ਲਓ ਆਪਣਾ ਸਕੂਲ 'ਤੇ ਲਾ ਲਓ, ਵੀ ਆਪਣਾ ਸਕੂਲ ਟਾਈਮ ਸੀ, ਸਕੂਲ ਦੇ ਵਿੱਚ ਆਪਣੇ ਸਕੂਲ 'ਚ ਰੈਗੂਲਰ ਚੱਲ ਰਹੇ ਸਨ, ਤਾਂ ਆਪਾਂ ਉਦੋਂ ਕਲਾਸਾਂ ਲਾ ਕੇ ਕਿਸ ਤਰ੍ਹਾਂ ਪੜ੍ਹਾਈ ਕਰਦੇ ਸੀ। ਅਤੇ ਜਦੋਂ ਮੈਂ ਸ਼ਬਦ ਬੋਲਿਆ ਸਕੂਲ ਦਾ, ਤਾਂ ਨਾਲ ਦੀ ਨਾਲ ਆਪਣੇ ਮਨ ਦੇ ਵਿੱਚ ਸਕੂਲ ਦੀ ਇੱਕ ਤਸਵੀਰ ਬਣ ਗਈ। ਜਿਵੇਂ ਉਦਾਹਰਣ ਲਿੱਤਾ ਹੈ, ਧੋਬੀ ਕੱਪੜੇ ਧੋਂਦਿਆਂ, ਵੀਰਾ ਹੋ ਹੁਸ਼ਿਆਰ, ਪਿਛਲੇ ਪਾਸੇ ਆ ਰਿਹਾ ਮੂੰਹ ਅੱਡੀ ਸੰਸਾਰ। ਤਾਂ
ਇਹ ਜਦੋਂ ਆਪਾਂ ਕਿਸੇ ਵੀ ਤਰ੍ਹਾਂ ਦੀ ਕਵਿਤਾ ਨੂੰ ਪੜ੍ਹਦੇ ਹਾਂ ਤਾਂ ਉਹ ਕਵਿਤਾ ਦੇ ਵਿੱਚ ਕੁਝ ਇਹੋ ਜਿਹੇ ਸ਼ਬਦ ਹੁੰਦੇ ਹਨ ਕਿ ਜਿਹੜੇ ਆਪਣੇ ਸਾਹਮਣੇ ਤਸਵੀਰ, ਆਪਣੇ ਮਨ ਦੇ ਵਿੱਚ ਤਸਵੀਰ ਬਣਾ ਦਿੰਦੇ ਹਨ। ਇੱਥੇ ਕੱਪੜੇ ਧੋ ਰਹੇ ਧੋਬੀ ਦਾ ਬਿੰਬ ਅਤੇ ਮੂੰਹ ਅੱਡੀ ਜਿਹੜਾ ਸੰਸਾਰ ਹੈ ਇਹ ਮਗਰਮੱਛ ਦਾ ਬਿੰਬ ਹੈ। ਕੱਪੜੇ ਧੋ ਰਹੇ ਜਿਹੜਾ ਧੋਬੀ ਦਾ ਬਿੰਬ ਅਤੇ ਸੰਸਾਰੇ ਕੀ ਹੈ, ਮਗਰਮੱਛ ਦਾ ਬਿੰਬ ਹੈ। ਉਦਾਹਰਨ ਬਿੰਬ ਦਾ ਭਾਵ ਇੱਕ ਪ੍ਰਤੀਕ ਦਿੱਤਾ ਹੈ, ਅਰਥ ਦੱਸਿਆ ਵੀ ਸੰਸਾਰ ਇੱਕ ਮਗਰਮੱਛ ਦੀ ਤਰ੍ਹਾਂ ਮੂੰਹ ਅੱਡੀ ਆ ਰਿਹਾ ਹੈ। ਠੀਕ ਹੈ, ਇਹ ਸੀ ਆਪਣਾ 6ਵਾਂ ਬਿੰਦੂ ਬਿੰਬ। ਹੁਣ ਕਰਾਂਗੇ 7ਵਾਂ ਬਿੰਦੂ ਛੰਦ। ਜਿਵੇਂ ਆਪਾਂ 11ਵੀਂ ਕਲਾਸ ਦੇ ਵਿੱਚ ਛੰਦ ਪੜ੍ਹੇ ਸੀ, ਤੁਹਾਨੂੰ ਯਾਦ ਹੋਣਾ, ਮੈਂ ਇੱਕ ਵਾਰ ਥੋੜ੍ਹਾ ਜਿਹਾ ਫਿਰ ਦੱਸ ਦਿੰਦਾ ਹਾਂ ਵੀ ਕਵਿਤਾ ਵਿੱਚ ਜਿਹੜੀ ਮਾਤਰਾ ਜਾਂ ਵਰਨਾਂ ਦੀ ਖਾਸ ਵਿਉਂਤ ਨਾਲ ਜੋ ਸੁਰ ਤਾਲ ਅਤੇ ਤੁਕਾਂਤ ਮੇਲ ਹੁੰਦਾ ਹੈ ਉਹਨੂੰ ਆਪਾਂ ਕੀ ਆਖਦੇ ਹਾਂ, ਛੰਦ ਆਖਦੇ ਹਾਂ। ਵੀ ਜਿਹੜਾ ਖਾਸ ਵਿਉਂਤਬੰਦੀ ਨਾਲ ਪੂਰਾ ਸੋਚ ਸਮਝ ਕੇ ਵਿਚਾਰ ਕੇ ਪੂਰੇ ਤਰੀਕੇ ਦੇ ਨਾਲ ਜਿਹੜਾ ਆਪਾਂ ਸੁਰ ਤਾਲ ਅਤੇ ਤੁਕਾਂਤ ਦਾ ਮੇਲ ਹੁੰਦਾ ਹੈ ਉਹਨੂੰ ਆਪਾਂ ਕੀ ਆਖਦੇ ਹਾਂ, ਛੰਦ ਆਖਦੇ ਹਾਂ। ਇਹ ਸੀ ਛੰਦ। ਛੰਦ ਨੂੰ ਉਰਦੂ ਵਿੱਚ ਬਹਿਰ ਆਖਦੇ ਹਾਂ। ਛੰਦ ਨੂੰ ਉਰਦੂ ਵਿੱਚ ਕੀ ਕਿਹਾ ਜਾਂਦਾ ਹੈ, ਬਹਿਰ ਆਖਦੇ ਹਨ। ਛੰਦ ਵਾਲੀ ਕਵਿਤਾ ਸੁਰ, ਤਾਲ ਅਤੇ ਲੈਅ ਵਾਲੀ ਹੁੰਦੀ ਹੈ। ਛੰਦ ਵਾਲੀ ਕਵਿਤਾ ਪਾਠਕਾਂ ਨੂੰ ਚੰਗੀ ਲੱਗਣ ਕਰਕੇ ਹੀ ਪਾਠਕ ਦੇ ਦਿਲਾਂ 'ਤੇ ਰਾਜ ਕਰਦੀ ਹੈ। ਕਾਰਨ ਇਹਦੇ ਵਿੱਚ ਸੁਰ ਹੁੰਦਾ ਹੈ, ਤਾਲ ਹੁੰਦਾ ਹੈ ਅਤੇ ਉਹਦੀ ਲੈਅ ਹੁੰਦੀ ਹੈ, ਜਿਹਦੇ ਨਾਲ ਪਾਠਕਾਂ ਦੇ ਮਨ 'ਤੇ ਇਹ ਛਾ ਜਾਂਦੀ ਹੈ, ਉਹਨਾਂ ਨੂੰ ਪ੍ਰਭਾਵਿਤ ਕਰਦੀ ਹੈ। ਛੰਦ ਵਾਲੀ ਕਵਿਤਾ ਵਿੱਚ ਹਰ ਪੰਕਤੀ ਦੇ ਵਰਨ, ਅੱਖਰ ਅਤੇ ਮਾਤਰਾਵਾਂ ਦੀ ਗਿਣਤੀ ਇੱਕ ਬਰਾਬਰ ਹੁੰਦੀ ਹੈ ਅਤੇ ਤੁਕਾਂਤ ਦਾ ਮੇਲ ਸੁਰ ਤਾਲ ਪੈਦਾ ਕਰਦਾ ਹੈ, ਜਿਸ ਕਰਕੇ ਕਵਿਤਾ ਵਿੱਚ ਰਸ ਅਤੇ ਸੰਗੀਤ ਪੈਦਾ ਹੁੰਦਾ ਹੈ। 8ਵਾਂ ਹੈ ਜੀ ਅਲੰਕਾਰ। ਹੁਣ ਤੁਹਾਨੂੰ ਅਲੰਕਾਰ ਵੀ ਦੱਸਿਆ ਸੀਗਾ ਵੀ ਅਲੰਕਾਰ ਕੀ ਹੈ। ਕਵਿਤਾ ਦੇ ਤੱਤਾਂ ਵਿੱਚ ਅਲੰਕਾਰ ਦਾ ਵਿਸ਼ੇਸ਼ ਮਹੱਤਵ ਹੈ। ਕੀ ਮਹੱਤਵ ਹੈ? ਇਹ ਅਲੰਕਾਰ ਦਾ ਅਰਥ ਹੁੰਦਾ ਹੈ ਜੀ, ਤੁਹਾਨੂੰ ਦੱਸਿਆ ਸੀ, ਗਹਿਣਾ, ਸਜਾਵਟ ਜਾਂ ਸ਼ਿੰਗਾਰ। ਇਸ ਕਵਿਤਾ ਦੇ ਕੀ ਹਨ? ਸ਼ਿੰਗਾਰ ਹਨ। ਇਹਨਾਂ ਨੂੰ ਇਹਦੇ ਨਾਲ ਕਵਿਤਾ ਸ਼ਿੰਗਾਰੀ ਜਾਂਦੀ ਹੈ। ਅਲੰਕਾਰ ਕਵਿਤਾ ਦਾ ਬਹੁਤ ਹੀ ਮਹੱਤਵਪੂਰਨ ਤੱਤ ਹੈ ਜੋ ਇਸ ਦੀ ਸੁੰਦਰਤਾ ਨੂੰ ਵਧਾਉਂਦਾ ਹੈ। ਇਸ ਨੂੰ ਕਵਿਤਾ ਦਾ ਗਹਿਣਾ, ਜਿਵੇਂ ਆਪਾਂ ਹਿੰਦੀ 'ਚ ਕਹਿ ਦਿੰਦੇ ਹਾਂ ਆਭੂਸ਼ਣ, ਸਜਾਵਟ, ਸ਼ਿੰਗਾਰ ਕਿਹਾ ਜਾਂਦਾ ਹੈ। ਇਹ ਗਹਿਣਾ ਸ਼ਬਦਾਂ ਅਤੇ ਬੋਲੀ ਦੇ ਹੁੰਦੇ ਹਨ। ਜਿੰਨੀਆਂ ਗਹਿਰੀਆਂ ਧੁਨੀਆਂ, ਜਿਹਦੇ ਨਾਲ ਕੀ ਹੁੰਦੀਆਂ, ਗਹਿਰੀਆਂ ਧੁਨੀਆਂ ਪੈਦਾ ਹੁੰਦੀਆਂ ਹਨ, ਜਿਵੇਂ, ਅਤੇ ਓਨੀ ਹੀ ਕਵਿਤਾ ਸੰਗੀਤਮਈ ਬਣਦੀ ਹੈ। ਜਿਵੇਂ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਹੁਣ ਇਹਦੇ ਵਿੱਚ ਜਿਹੜਾ ਆਪਾਂ ਬੋਲਦੇ ਹਾਂ ਇੱਕ ਲੈਅ ਦੇ ਵਿੱਚ, ਇੱਕ ਮਿਠਾਸ, ਇੱਕ ਸੁਰ ਤਾਲ ਦੇ ਵਿੱਚ ਜਦੋਂ ਆਪਾਂ ਜਿੰਨਾ ਬੋਲਦੇ ਅਤੇ ਜਿੰਨੀ ਮਿਠਾਸ ਆਉਂਦੀ ਹੈ, ਇਹ ਇਹਦੀ ਕਵਿਤਾ ਦੀ ਕੀ ਹੈ, ਇੱਕ ਸ਼ਿੰਗਾਰ ਹੈ, ਇੱਕ ਇਹਦਾ ਗਹਿਣਾ ਹੈ। ਇਹ ਇੱਕ ਅਲੰਕਾਰ ਦੇ ਨਾਲ ਸਿਰਜਿਆ ਗਿਆ ਹੈ। ਫਿਰ ਹੈ ਜੀ ਪ੍ਰਤੀਕ ਅਤੇ ਚਿੰਨ੍ਹ। ਕਵਿਤਾ ਦੀ ਭਾਸ਼ਾ ਵਿਚਲੇ ਸ਼ਬਦ ਕਈ ਕਾਰਜ ਕਰਦੇ ਹਨ। ਇਹ ਕਾਰਜ ਪ੍ਰਤੀਕਾਂ ਅਤੇ ਚਿੰਨ੍ਹਾਂ ਦੇ ਰੂਪ ਧਾਰ ਕੇ ਅਣਵੇਖੀਆਂ ਅਤੇ ਅਣਕਰੀਆਂ ਵਸਤੂਆਂ ਨੂੰ ਰੂਪਮਾਨ ਕਰਕੇ ਸਾਡੇ ਸਮਰੱਥ ਬਣਾ ਦਿੰਦੇ ਹਨ। ਵੀ ਜਿਹੜੇ ਪ੍ਰਤੀਕ ਹੈ, ਭਾਸ਼ਾ ਵਿਚਲੇ ਸ਼ਬਦ ਕਈ ਕਾਰਜ, ਭਾਵ ਜਿਹੜੇ ਕਵਿਤਾ ਭਾਸ਼ਾ ਦੇ ਵਿੱਚ ਜਿਹੜੇ ਸ਼ਬਦ ਹੁੰਦੇ ਆ ਨਾ, ਉਹ ਕਈ ਕੰਮ ਕਰਦੇ ਆ। ਕਿਵੇਂ? ਇਹ ਪ੍ਰਤੀਕ ਜਾਂ ਚਿੰਨ੍ਹ ਦਾ ਰੂਪ ਧਾਰ ਕੇ ਜਿਹੜੀਆਂ ਚੀਜ਼ਾਂ ਆਪਾਂ ਨੇ ਸਾਹਮਣੇ ਨਹੀਂ ਆਈਆਂ, ਜਿਹੜੀਆਂ ਘਟਨਾਵਾਂ ਨਹੀਂ ਆਈਆਂ, ਇਹ ਉਹਨਾਂ ਘਟਨਾਵਾਂ ਨੂੰ, ਅਣਕਹੀਆਂ ਵਸਤੂਆਂ ਨੂੰ ਸਾਡੇ ਸਾਹਮਣੇ ਪੇਸ਼ ਕਰਦੇ ਆ, ਸਮਰੱਥ ਬਣਾ ਦਿੰਦੇ। ਅਸੀਂ ਆਪਾਂ ਨੂੰ ਮਹਿਸੂਸ ਕਰ ਸਕਦੇ ਹਾਂ, ਉਹਦੀ ਆਪਾਂ ਨੂੰ ਕਲਪਨਾ ਦੇ ਕਰਨ 'ਤੇ ਮਜਬੂਰ ਕਰ ਦਿੰਦੇ। ਇਸ ਪ੍ਰਤੀਕ ਅਤੇ ਚਿੰਨ੍ਹ, ਇਹ ਪ੍ਰਤੀਕ ਅਤੇ ਚਿੰਨ੍ਹ ਡੂੰਘੇ ਅਰਥਾਂ ਅਤੇ ਭਾਵਾਂ ਵਾਲੇ ਇਸ਼ਾਰਾ ਕਰਦੇ ਹਨ।
ਵੀ ਜਿਹੜੇ ਪ੍ਰਤੀਕ ਹੁੰਦੇ ਆ, ਚਿੰਨ੍ਹ ਹੁੰਦੇ ਆ, ਜਿਹੜੀ ਗੱਲ ਦਾ ਕਵੀ ਇਸ਼ਾਰਾ ਕਰਦਾ ਹੈ, ਉਹ ਗੱਲਾਂ ਡੂੰਘੀਆਂ ਹੁੰਦੀਆਂ ਹਨ, ਸਾਨੂੰ ਉਹ ਸੋਚਣ 'ਤੇ ਉਹ ਮਜਬੂਰ ਕਰਦੀਆਂ ਹਨ। ਹੁਣ ਜਿਵੇਂ ਦਿੱਤਾ ਹੈ, ਕੱਲਰ ਕਰੀ ਛਪੜੀ ਕੋਆ ਮਲਮਲ ਨਾਏ। ਉਪਰੋਕਤ ਹੁਣ ਇਹਦਾ ਮਤਲਬ ਕੀ ਹੈ, ਸੁਣੋ। ਕਾਵਿ ਤੁਕ ਦੇ ਵਿੱਚ ਕੱਲਰ ਕਰੀ ਛੱਪੜੀ, ਹੁਣ ਇਹ ਕੀ ਕਿਹਾ, ਇਹ ਸੰਸਾਰ, ਇਹ ਦੱਸਿਆ ਸੰਸਾਰ ਦਾ ਹੈ, ਇਹਦਾ ਮਤਲਬ ਕੀ ਹੈ, ਸੰਸਾਰ। ਕੋਆ ਕੀ ਹੈ, ਮਨਮੁਖ ਵਿਅਕਤੀ ਦਾ ਪ੍ਰਤੀਕ ਹੈ। ਕੱਲਰ ਕਰੀ ਛੱਪੜੀ, ਹੁਣ ਇਹ ਕੀ ਕਿਹਾ, ਸੰਸਾਰ ਦਾ ਇੱਕ ਸੰਸਾਰ ਸ਼ਬਦ ਲਈ ਇੱਕ ਵਰਤਿਆ ਗਿਆ ਉਦਾਹਰਨ ਦੇ ਕੇ ਕਵਿਤਾ ਦੇ ਵਿੱਚ ਕੱਲਰ ਕਰੀ ਛੱਪੜੀ। ਕੋਆ, ਕੋਆ ਕਿਹਨੂੰ ਆਖਿਆ, ਜਿਹੜੇ ਮਨਮੁਖ ਵਿਅਕਤੀ ਹਨ, ਜਿਹੜੇ ਮਨਾਂ ਦੇ ਮਗਰ ਲੱਗਣ ਵਾਲੇ ਵਿਅਕਤੀ ਹਨ, ਉਹਨਾਂ ਨੂੰ ਕੋਆ ਕਿਹਾ ਗਿਆ। ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਉਪਰੋਕਤ ਤੱਤਾਂ ਦੇ ਆਧਾਰ 'ਤੇ ਹੀ ਕਵਿਤਾ ਆਪਣਾ ਮੁਹਾਂਦਰਾ ਨਿਖਾਰਦੀ ਹੈ। ਮੁਹਾਂਦਰਾ ਭਾਵ ਮੁੱਖ, ਭਾਵ ਆਪਦਾ ਰੂਪ ਨਿਖਾਰਦੀ ਹੈ, ਅਤੇ ਇਹ ਹੀ ਕਵਿਤਾ ਦਾ ਨਿਖਾਰਦੀ ਹੈ। ਇਹ ਤੱਤ ਉਸ ਦੀ ਜਿੰਦ ਜਾਨ ਹਨ, ਭਾਵ ਇਹਨਾਂ ਦੇ ਬਿਨਾਂ ਆਪਾਂ ਕਵਿਤਾ ਦੀ ਕਲਪਨਾ ਨਹੀਂ ਕਰ ਸਕਦੇ। ਜੇ ਇਹਨਾਂ ਵਿੱਚੋਂ ਇੱਕ ਵੀ ਤੱਤ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਕਵਿਤਾ ਡਾਵਾਂਡੋਲ ਹੋ ਜਾਂਦੀ ਹੈ, ਭਾਵ ਕਵਿਤਾ ਦਾ ਕੋਈ ਲੈਅ, ਸੁਰ, ਤਾਲ, ਉਹਦੀ ਵਿਸ਼ਾ ਵਸਤੂ, ਉਹਦੇ ਤੱਤ, ਉਹਦਾ ਸ਼ਿੰਗਾਰ, ਉਹਦੇ ਛੰਦ, ਅਲੰਕਾਰ, ਇਹ ਕਿਸੇ ਦੀ ਵੀ ਇੱਕ ਦੀ ਕਮੀ ਰਹਿ ਗਈ ਤਾਂ ਉਹ ਕੀ ਹੋ ਜਾਂਦੀ ਹੈ, ਡਾਵਾਂਡੋਲ ਹੋ ਜਾਂਦੀ ਹੈ, ਉਹਦੀ ਸਥਿਤੀ ਸਹੀ ਨਹੀਂ ਹੁੰਦੀ, ਉਹ ਸਹੀ ਰੂਪ ਦੇ ਵਿੱਚ ਆਪਣੇ ਸਾਹਮਣੇ ਪੇਸ਼ ਨਹੀਂ ਹੋ ਸਕਦੀ। ਇਹ ਸੀ ਆਪਣਾ ਸਾਹਿਤ ਦਾ ਪਹਿਲਾ ਭਾਗ ਕਵਿਤਾ। ਉਮੀਦ ਹੈ ਤੁਸੀਂ ਇਹਨੂੰ ਧਿਆਨ ਨਾਲ ਸੁਣੋਗੇ। ਇਹ ਤੁਹਾਨੂੰ 6 ਨੰਬਰ ਪੱਕੇ ਹੋਣਗੇ ਇਹਦੇ ਨਾਲ। ਜਿਹੜੇ ਆਪਣੇ ਬੋਰਡ ਪ੍ਰੀਖਿਆ ਦੇ ਵਿੱਚ ਇਹ 6 ਨੰਬਰ ਦਾ ਇਕੱਲਾ ਇੱਕ ਪ੍ਰਸ਼ਨ ਇੰਨਾ 6 ਨੰਬਰ ਦਾ ਆਏਗਾ। ਇਸ ਲਈ ਮੈਂ ਤੁਹਾਨੂੰ ਇਹੀ ਸਲਾਹ ਦੇਵਾਂਗਾ, ਇੱਕ ਵਾਰ ਫਿਰ ਤੁਸੀਂ ਇਸ ਨੂੰ ਧਿਆਨ ਨਾਲ ਸੁਣਨਾ ਹੈ, ਇਸ ਨੂੰ ਸੁਣ ਕੇ ਹੀ ਨੋਟ ਕਰਨਾ ਹੈ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰੋ, ਕਮੈਂਟ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰਨ ਦਾ ਮਤਲਬ ਜਿਹੜੇ ਸਟੂਡੈਂਟ ਕੋਈ 2-4 ਦਿਨਾਂ ਤੋਂ ਆਪਣੇ ਨਾਲ ਜੁਆਇਨ ਹੋਏ ਹਨ ਅਤੇ ਉਹਨਾਂ ਨੂੰ ਆਪਣੇ ਤੋਂ ਇਹਨਾਂ ਵਿਸ਼ਿਆਂ ਤੋਂ ਪਹਿਲਾਂ ਜਿਹੜਾ ਆਪਾਂ ਜਿੰਨਾ ਵੀ ਕੰਮ ਕਰਵਾਤਾ ਉਹਦਾ ਨਹੀਂ ਪਤਾ, ਤਾਂ ਇਹ ਤੁਹਾਨੂੰ ਇਸ ਚੈਨਲ 'ਤੇ ਸਾਰਾ ਵਿਸ਼ਾ, ਸਾਰਾ ਜਿਹੜੀ ਆਪਣੀ +2 ਬੋਰਡ ਦੀ ਕਲਾਸ ਦਾ ਸਿਲੇਬਸ ਹੈ, ਸਾਰਾ ਹੀ ਇਸ YouTube ਚੈਨਲ 'ਤੇ ਤੁਹਾਨੂੰ ਉਪਲਬਧ ਮਿਲੂਗਾ। ਤੁਸੀਂ ਜਦੋਂ ਚਾਹੋ ਉਸ ਵੀਡੀਓ ਨੂੰ ਸੁਣ ਸਕਦੇ ਹੋ ਕਿਸੇ ਵੀ ਟੌਪਿਕ 'ਤੇ। ਇਸ ਲਈ ਚੈਨਲ ਨਾਲ ਜੁੜੋ ਅਤੇ ਲਾਈਕ ਕਰੋ, ਕਮੈਂਟ ਕਰੋ। ਧੰਨਵਾਦ।